ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਹਉ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤਉ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ ਸੰਗਤਾਂ ਨੂੰ। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਨੂੰ ਝੁਕਾਉਂਦੇ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਸਾ ਰਾਗ ਦੇ ਅੰਦਰ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਦੀ ਬਾਣੀ ਹੈ, ਜੋ ਕਿ ਹਰ ਰੋਜ਼ ਗੁਰਸਿੱਖ ਪਿਆਰੇ ਰਹਿ ਰਾਸ ਦੇ ਸਮੇਂ ਆਸਾ ਦੀ ਵਾਰ ਰਹਿ ਰਾਸ ਦੇ ਅੰਦਰ ਸ਼ਾਮ ਨੂੰ ਗੁਰਬਾਣੀ ਪੜ੍ਹਦੇ ਹਨ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਪਿਛਲੀਆਂ 5 ਪੰਗਤੀਆਂ ਦੀ ਕੱਲ੍ਹ ਵਿਚਾਰ ਰਹਿ ਗਈ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ ਰਹਿੰਦੀ ਬਾਣੀ ਦੀ ਵਿਚਾਰ ਅੱਜ ਹੋ ਰਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਸੋਈ ਉਹ ਪ੍ਰਭੂ ਜੋ ਸਦਾ ਹਮੇਸ਼ਾ ਹੀ, ਸੋਈ ਸੋਭ ਨੀਕ ਸੱਚਾ ਮਾਲਕ ਪਰਮੇਸ਼ਰ ਹੈ। ਉਹੀ ਪਰਮੇਸ਼ਰ ਹਮੇਸ਼ਾ ਰਹਿਣ ਵਾਲਾ ਹੈ ਅਤੇ ਸੱਚਾ ਸਾਹਿਬ ਪਿੱਛੇ ਵੀ ਸਦਾ ਰਹਿਣ ਵਾਲਾ ਸੀ। ਉਹੀ ਸੱਚਾ ਮਾਲਕ ਹੁਣ ਹੈ ਵਰਤਮਾਨ ਸਮੇਂ ਦੇ ਵਿੱਚ, ਤੇ ਅੱਗੇ ਨੂੰ ਵੀ ਉਹੀ ਸੱਚਾ ਪਰਮੇਸ਼ਰ ਹੋਵੇਗਾ।
ਸਾਚਾ ਸਾਚੀ ਨਾਈ ਉਸ ਦਾ ਉਸ ਕੇ ਉਸ ਦੀ ਸਾਚੀ ਸੱਚੀ ਨਾਈ ਸੱਚੀ ਮਹਿਮਾ ਹੈ। ਜਿਹੜਾ ਪਰਮੇਸ਼ਰ ਸੋਭਨੀਕ ਹੈ, ਸੱਚਾ ਮਾਲਕ ਹੈ, ਉਹ ਪਰਮੇਸ਼ਰ ਹਮੇਸ਼ਾ ਰਹਿਣ ਵਾਲਾ ਹੈ। ਤੇ ਸੱਚਾ ਸਾਹਿਬ ਪਿੱਛੇ ਵੀ ਸੱਚਾ ਸੀ, ਹੁਣ ਵੀ ਸੱਚਾ ਸਾਹਿਬ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਤੇ ਅੱਗੇ ਨੂੰ ਵੀ ਉਹੀ ਸੱਚਾ ਪਰਮੇਸ਼ਰ ਹੋਵੇਗਾ। ਸਦਾ ਹੀ ਉਸ ਦੀ ਸੱਚੀ ਨਾਈ ਸੱਚੀ ਮਹਿਮਾ ਹੈ ਵੀ ਹੋਸੀ ਜਾਏ ਨਾ ਜਾਸੀ। ਉਹ ਪਰਮੇਸ਼ਰ ਹੈ ਵੀ ਹੁਣ ਵੀ ਵਰਤਮਾਨ ਸਮੇਂ ਵਿੱਚ ਵੀ ਹੈ ਤੇ ਵੀ ਪਿਛਲੇ ਜੋ ਪਿੱਛੇ ਵੀ ਸੀ ਤੇ ਹੋਸੀ ਅੱਗੇ ਨੂੰ ਭਵਿੱਖ ਵਿੱਚ ਵੀ ਹੋਵੇਗਾ। ਜੋ ਪਰਮੇਸ਼ਰ ਸੱਚਾ ਸਾਹਿਬ ਮਾਲਕ ਹੈ ਉਹ ਹੁਣ ਵਰਤਮਾਨ ਸਮੇਂ ਵਿੱਚ ਵੀ ਹੈ ਤੇ ਬਹੁੜੋ ਪਿੱਛੇ ਵੀ ਸੀ ਤੇ ਅੱਗੇ ਨੂੰ ਵੀ ਭਵਿੱਖ ਵਿੱਚ ਹੋਵੇਗਾ। ਉਹ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ। ਰਚਨਾ ਜਿਨ ਰਚਾਈ ਕਿ ਉਹ ਕਿਸੇ ਦਾ ਵੀ ਜਾਏ ਨਾ ਜਾਸੀ, ਉਸ ਕਿਸੇ ਦਾ ਵੀ ਜਾਏ ਨਾ ਜਾਸੀ। ਪੈਦਾ ਕੀਤਾ ਹੋਇਆ ਤੇ ਨਾ ਹੀ ਮਰ ਕੇ ਕਿਤੇ ਜਾਵੇਗਾ। ਫਿਰ ਬੇਬੇ ਨਾਨਕੀ ਜੀ ਨੇ ਪੁੱਛਿਆ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਰੀ ਨਦੀ ਦੇ ਵਿੱਚੋਂ ਆ ਕੇ ਇਹਨਾਂ ਨੇ ਦੱਸਣਾ ਕੀਤਾ ਕਿ ਉਸ ਪਰਮੇਸ਼ਰ ਦਾ ਦਰ ਘਰ ਕੈਸਾ ਹੈ, ਉਸ ਦੀ ਸਿਫਤ ਸਲਾਹ ਵਡਿਆਈ ਇਸ ਸ਼ਬਦ ਦੇ ਵਿੱਚ ਕੀਤੀ। ਬੇਬੇ ਨਾਨਕੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਹੇ ਭੈਣ ਜੀ, ਜਿਸ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਜਿਨ ਰਚਾਈ ਕਿ ਜਿਸ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਰਚੀ ਹੋਈ ਹੈ, ਇਹ ਰਚਨਾ ਤਾਂ ਜ਼ਰੂਰ ਚੱਲੀ ਜਾਵੇਗੀ, ਪਰੰਤੂ ਰਚਾਉਣ ਵਾਲਾ ਕਦਾਚਿਤ ਵੀ ਨਹੀਂ ਜਾਵੇਗਾ। ਸੰਸਾਰ ਦੀ ਰਚਨਾ ਚੱਲੀ ਜਾਵੇਗੀ, ਸੰਸਾਰ ਆਈ ਜਾਏਗਾ ਜਾਈ ਜਾਏਗਾ, ਪਰ ਇਹ ਜੋ ਸੰਸਾਰ ਦੀ ਬਣਾਵਟ ਨੂੰ ਬਣਾਉਣ ਵਾਲਾ ਹੈ, ਇਸ ਰਚਨਾ ਨੂੰ ਰਚਣ ਵਾਲਾ ਹੈ ਕਿ ਉਹ ਕਦੇ ਵੀ ਕਿਤੇ ਨਹੀਂ ਜਾਏਗਾ। ਫਿਰ ਬੇਬੇ ਨਾਨਕੀ ਜੀ ਨੇ ਕਿਹਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਭੈਣ ਨੇ, ਕਿ ਇਹ ਸਤਿਗੁਰੂ ਜੀ, ਇਹ ਰਚਨਾ ਕਿਹੋ ਜਿਹੀ ਹੈ? ਤਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਬੇਬੇ ਨਾਨਕੀ ਨੂੰ, ਭੈਣ ਨਾਨਕੀ ਨੂੰ ਕਹਿਣ ਲੱਗੇ, ਰੰਗੀ ਰੰਗੀ ਰੰਗਾਂ ਰੰਗਾਂ ਦੀ ਭਾਂਤੀ, ਤਰ੍ਹਾਂ ਤਰ੍ਹਾਂ ਦੀ ਜਿਨਸੀ, ਜਿਸ ਜਿਨ ਸੀ ਜਿਨਸਾਂ, ਜਿਵੇਂ ਹਾਥੀ ਘੋੜੇ ਊਠ ਮੱਝਾਂ ਗਾਵਾਂ ਆਦਿਕ ਰਚਨਾ ਦੀ ਸ੍ਰਿਸ਼ਟੀ ਨੂੰ ਮਾਇਆ ਦੁਆਰਾ ਜਿਸ ਪਰਮੇਸ਼ਰ ਨੇ ਉਪਾਈ ਪੈਦਾ ਕੀਤੀ ਹੈ, ਕਰ ਕਰ ਦੇਖੈ ਕੀਤਾ ਆਪਣਾ। ਉਹ ਪਰਮੇਸ਼ਰ ਪੈਦਾ ਕਰਕੇ ਪਾਲਣਾ ਕਰਕੇ ਆਪਣੇ ਕੀਤੇ ਹੋਏ ਪਸਾਰੇ ਨੂੰ ਵੇਖ ਰਿਹਾ ਹੈ। ਜਿਹੜਾ ਰੰਗਾਂ ਰੰਗਾਂ ਦੀ ਭਾਂਤੀ ਤਰ੍ਹਾਂ ਤਰ੍ਹਾਂ ਦੀ ਜਿਨਸਾਂ, ਜਿਵੇਂ ਹਾਥੀ ਘੋੜੇ ਊਠ ਮੱਝ ਗਾਵਾਂ ਆਦਿਕ ਰਚਨਾ ਦੀ ਸ੍ਰਿਸ਼ਟੀ ਨੂੰ ਮਾਇਆ ਦੁਆਰਾ ਜਿਸ ਪਰਮੇਸ਼ਰ ਨੇ ਉਪਾਏ ਪੈਦਾ ਕੀਤੀ ਹੈ, ਕਰ ਕਰ ਵੇਖੈ ਕੀਤਾ ਆਪਣਾ। ਪਰਮੇਸ਼ਰ ਪੈਦਾ ਕਰਕੇ ਪਾਲਣਾ ਕਰਕੇ ਆਪਣੇ ਆਪ ਕੀਤੇ ਹੋਏ ਪਸਾਰੇ ਨੂੰ ਦੇਖ ਰਿਹਾ ਹੈ। ਇਹ ਸੰਸਾਰ ਹੈ, ਇਸ ਦਾ ਪਸਾਰਾ ਪਸਾਰ ਕੇ ਵਿੱਚ ਆਪ ਵੀ ਬੈਠ ਕੇ ਦੇਖ ਰਿਹਾ ਹੈ। ਜਿਵੇਂ ਜਿਉਂ ਤਿਸ ਦੀ ਵਡਿਆਈ, ਜਿਉਂ ਜਿਵੇਂ ਹੀ ਉਸ ਪਰਮੇਸ਼ਰ ਦੀ ਵਡਿਆਈ ਇੱਛਾ ਹੁੰਦੀ ਹੈ, ਉਵੇਂ ਹੀ ਉਹ ਪਰਮੇਸ਼ਰ ਕਰਦਾ ਹੈ। ਜੋ ਤਿਸ ਭਾਵੈ ਸੋਈ ਕਰਸੀ। ਜੋ ਜਿਹੜਾ ਕੁਝ ਉਸ ਪਰਮੇਸ਼ਰ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਸੋਈ ਕਰਸੀ, ਸੋਈ ਉਹ ਹੀ ਪਹਿਲਾਂ ਕਰਦਾ ਸੀ ਤੇ ਉਹ ਹੀ ਹੁਣ ਅਗਾਹਾਂ ਨੂੰ ਕਰੇਗਾ। ਮੁੜ ਉਸ ਉੱਪਰ ਕਿਸੇ ਪ੍ਰਕਾਰ ਦਾ ਹੁਕਮ ਫਿਰ ਹੁਕਮ ਨਾ ਕਰਨਾ ਜਾਈ, ਕਿ ਫਿਰ ਮੁੜ ਕੇ ਉਸ ਦੇ ਉੱਪਰ ਕਿਸੇ ਦਾ ਹੁਕਮ ਨਹੀਂ
ਚੱਲਦਾ, ਕੋਈ ਹੁਕਮ ਨਹੀਂ ਕਰ ਸਕਦਾ। ਉਸ ਦੇ ਹੁਕਮ ਨੂੰ ਫੇਰਨ, ਭਾਵ ਮੋੜਨ ਦਾ ਕੰਮ ਨਹੀਂ ਕੀਤਾ ਜਾ ਸਕਦਾ। ਜੋ ਉਸ ਦਾ ਹੁਕਮ ਹੈ ਉਹੀ ਵਰਤ ਰਿਹਾ ਹੈ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ, ਕਿ ਉਹ ਪਾਤਸ਼ਾਹ ਪਰਮੇਸ਼ਰ ਸ਼ਾਹਾਂ ਦਾ ਸ਼ਾਹ ਸਰੂਪ ਰੂਪੀ ਤਖਤ ਦਾ ਮਾਲਕ ਹੈ। ਉਹ ਪਰਮੇਸ਼ਰ ਸ਼ਾਹਾਂ ਤੇ ਪਾਤਸ਼ਾਹ ਦਾ ਵੀ ਮਾਲਕ ਹੈ। ਨਾਨਕ ਰਹਿਣ ਰਜਾਈ। ਗੁਰੂ ਜੀ ਕਥਨ ਕਰਦੇ ਹਨ ਕਿ ਸਾਨੂੰ ਉਸ ਦੀ ਰਜਾਈ ਆਗਿਆ ਵਿੱਚ ਰਹਿਣਾ ਚਾਹੀਦਾ ਹੈ। ਜੋ ਪਰਮੇਸ਼ਰ ਮਾਲਕ ਸਾਰੇ ਪਾਤਸ਼ਾਹਾਂ ਦਾ ਸ਼ਾਹ ਮਾਲਕ ਹੈ, ਤਖਤ ਦਾ ਮਾਲਕ ਹੈ, ਉਹ ਪਰਮੇਸ਼ਰ ਸ਼ਾਹਾਂ ਤੋਂ ਪਾਤਸ਼ਾਹਾਂ ਦਾ ਵੀ ਮਾਲਕ ਹੈ। ਕਿ ਨਾਨਕ ਰਹਿਣ ਰਜਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਾਨੂੰ ਉਸ ਦੀ ਰਜਾਈ ਆਗਿਆ ਦੇ ਵਿੱਚ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਦੀ ਆਗਿਆ ਵਿੱਚ ਰਹਿਣ ਕਰਕੇ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਆਸਾ ਮਹੱਲਾ ਚੌਥਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਤੋਂ ਬਾਅਦ ਰਹਿ ਰਾਸ ਦੇ ਵਿੱਚ ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਆਉਂਦੀ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੁੱਖ ਭੰਜਨੀ ਬੇਰੀ ਦੇ ਹੇਠਾਂ ਬਿਰਾਜਮਾਨ ਸਨ ਅੰਮ੍ਰਿਤਸਰ ਸਾਹਿਬ ਵਿਖੇ, ਤੇ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਸੇ ਪ੍ਰਕਾਰ ਦੀ ਗੁਰੂ ਨਾਨਕ ਦੇਵ ਜੀ ਨੇ ਜਿਉ ਸੋਦਰ ਗਾਇਆ ਹੈ, ਆਪ ਵੀ ਐਸਾ ਉਪਦੇਸ਼ ਸ਼ਰਾਵਣ ਕਰਵਾਓ। ਤਦ ਸਤਿਗੁਰਾਂ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਦੇ ਪ੍ਰਥਾਏ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸਮੇਂ ਪਹਿਲੇ ਪਾਤਸ਼ਾਹ ਦੇ ਸੋਦਰ ਸ਼ਬਦ ਦੇ ਨਾਲ ਮਿਲਦਾ ਹੋਇਆ ਪ੍ਰਕਰਨ ਜਾਣ ਕਰਕੇ ਇਹ ਸ਼ਬਦ ਪਹਿਲੇ ਪਾਤਸ਼ਾਹ ਜੀ ਦੇ ਸ਼ਬਦਾਂ ਦੇ ਨਾਲ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਉਣਾ ਕੀਤਾ ਹੈ। ਆਸਾ ਰਾਗ ਵਿੱਚ ਚੌਥੇ ਪਾਤਸ਼ਾਹ ਦੀ ਉਚਾਰਨ ਕਰਦੇ ਹਨ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਮਹਾਰਾਜ ਜੀ ਰਾਮਦਾਸ ਜੀ ਸਮਝਾ ਰਹੇ ਹਨ ਕਿ ਸੋ ਉਹ ਪੁਰਖ ਪੂਰਨ ਪਰਮੇਸ਼ਰ ਨਿਰੰਜਨ ਸੁੱਧ ਸਰੂਪ ਹੈ। ਹਰ ਪੁਰਖ ਨਿਰੰਜਨ, ਉਹ ਹਰ ਹਰੀ ਪਰਮੇਸ਼ਰ ਸਾਰਿਆਂ ਵਿੱਚ ਪੁਰਖ ਪੂਰਨ ਵਿਆਪਕ ਹੈ ਅਤੇ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਹੈ। ਉਹ ਹਰੀ ਪ੍ਰਭੂ ਆਗਮਾ ਮਨ ਬਾਣੀ ਸਰੀਰ ਕਰਕੇ ਪਹੁੰਚ ਤੋਂ ਪਰੇ ਹੈ ਤੇ ਪਾਰਾਵਾਰ ਤੋਂ ਰਹਿਤ ਹੈ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਕਿ ਉਹ ਪੂਰਨ ਪਰਮੇਸ਼ਰ ਸੁੱਧ ਸਰੂਪ ਹੈ। ਉਹ ਹਰੀ ਪਰਮੇਸ਼ਰ ਸਾਰਿਆਂ ਵਿੱਚ ਵਿਆਪਕ ਹੈ ਅਤੇ ਮਾਇਆ ਦੀ ਕਾਲਖ ਤੋਂ ਰਹਿਤ ਹੈ। ਉਹ ਹਰੀ ਪ੍ਰਭੂ ਮਨ ਬਾਣੀ ਸਰੀਰ ਕਰਕੇ ਪਹੁੰਚ ਤੋਂ ਪਰੇ ਹੈ, ਪਾਰਾਵਾਰ ਤੋਂ ਰਹਿਤ ਹੈ। ਵੇਦਾਂ ਕਰਕੇ ਵੀ ਅਗੰਮ ਹੈ ਅਤੇ ਪ੍ਰਕਿਰਤੀ ਕਰਕੇ ਵੀ ਪਾਰਾਵਾਰ ਤੋਂ ਰਹਿਤ ਹੈ। ਕਿ ਸ਼ੰਕਾ ਕਰਨ ਵਾਲੇ ਨੇ ਕਿਹਾ ਕਿ ਹੇ ਮਹਾਰਾਜ, ਸੋ ਪੁਰਖ ਨਿਰੰਜਨ ਇਹਨਾਂ ਦੀ ਰਹਿਤ ਦਿੰਦੇ ਹਨ, ਆਪ ਜੀ ਨੇ ਹਰ ਪੁਰਖ ਨਿਰੰਜਨ ਪਦ ਕਿਉਂ ਵਰਤਿਆ ਹੈ। ਸ਼ੰਕਾ ਕਰਨ ਵਾਲਾ ਕਹਿਣ ਲੱਗਿਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਕਹਿਣ ਲੱਗੇ ਹੈ ਮਹਾਰਾਜ, ਸੋ ਪੁਰਖ ਨਿਰੰਜਨ ਇੰਨਾ ਹੀ ਰਹਿਣ ਦਿੰਦੇ, ਇੱਥੋਂ ਤੱਕ ਹੀ ਰਹਿਣ ਦਿੰਦੇ ਜੋ ਅੱਗੇ ਉਚਾਰਨ ਕੀਤਾ ਹੈ ਕਿ ਹਰ ਪੁਰਖ ਨਿਰੰਜਨ ਪਦ ਕਿਉਂ ਵਰਤਿਆ ਹੈ। ਤਾਂ
ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਪੁਰਖ ਨਿਰੰਜਨ ਪਦ ਦਾ ਮਹਾਤਮ ਜਨਾਂ ਲਈ ਹੀ ਵਰਤਿਆ ਹੈ। ਜਿੰਨੇ ਵੀ ਪੁਰਖ ਦੁਨੀਆ ਵਿੱਚ ਪੈਦਾ ਹੋਏ ਹਨ ਉਹ ਹੀ ਨਿਰੰਜਨ ਬਣ ਜਾਂਦੇ ਹਨ। ਲੱਛਣ ਤਾਂ ਬ੍ਰਹਮ ਦਾ ਕੀਤਾ ਸੀ, ਪਰੰਤੂ ਇਹਨਾਂ ਲੋਕਾਂ ਜਾਂ ਮਹਾਤਮਾ ਜਨਾਂ ਨੇ ਘੱਟ ਜਾਣਾ ਸੀ, ਇਸ ਲਈ ਅਸੀਂ ਹਰ ਪੁਰਖ ਨਿਰੰਜਨ ਪਦ ਵਰਤਿਆ ਹੈ। ਫਿਰ ਆਪ ਹਰ ਪੁਰਖ ਨਿਰੰਜਨ ਪਦ ਹੀ ਰਹਿਣ ਦਿੰਦੇ ਹਰ ਅਗਮ ਅਪਾਰਾ ਕਿਉਂ ਵਰਤਿਆ ਹੈ? ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਜੇਕਰ ਇਤਨਾ ਹੀ ਰਹਿਣ ਦਿੰਦੇ ਹਰ ਪੁਰਖ ਨਿਰੰਜਨ, ਜੇ ਇੰਨਾ ਹੀ ਰਹਿਣ ਦਿੰਦੇ ਹਰ ਪੁਰਖ ਨਿਰੰਜਨ ਪਦ ਹੀ ਰਹਿਣ ਦਿੰਦੇ, ਹਰ ਅਗਮਾ ਕਿਉਂ ਕਿਹਾ ਹੈ? ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਜੇਕਰ ਇਤਨਾ ਹੀ ਰਹਿਣ ਦਿੰਦੇ ਤਾਂ ਜੋ ਹਰ ਵਿਸ਼ਨੂੰ ਦੇ ਅਵਤਾਰ ਰਾਮਚੰਦਰ ਕ੍ਰਿਸ਼ਨ ਆਦਿਕ ਹੋਏ ਹਨ, ਲੋਕਾਂ ਨੇ ਉਹ ਹੀ ਨਿਰੰਜਨ ਮੰਨ ਲੈਣਾ ਸੀ, ਉਸੇ ਦੀ ਹੀ ਪੂਜਾ ਕਰੀ ਜਾਣੀ ਸੀ। ਪਰ ਇਹ ਮੈਕੀ ਅੰਸ਼ ਵਿੱਚ ਹਨ, ਇਸ ਕਰਕੇ ਅਸੀਂ ਅਕਾਲ ਪੁਰਖ ਨੂੰ ਆਗਮਾ ਕਿਹਾ ਹੈ। ਫਿਰ ਸ਼ੰਕਾਵਾਦੀ ਕਹਿੰਦਾ ਹੈ, ਆਗਮਾ ਹੀ ਰਹਿਣ ਦਿੰਦੇ ਉਦੋਂ ਬਾਅਦ ਆਗਮ ਅਪਾਰਾ ਕਿਉਂ ਕਿਹਾ ਹੈ? ਤੇ ਆਗਮ ਅਪਾਰਾ ਕਿਉਂ ਕਿਹਾ ਹੈ? ਮਹਾਰਾਜ ਜੀ ਕਹਿਣ ਲੱਗੇ, ਆਗਮਾ ਤਾਂ ਮਨ ਦੀ ਇੰਦਰੀਆਂ ਆਦਿਕ ਨੂੰ ਹੰਗਤਾ ਤੋਂ ਪਰੇ ਹੈ, ਪਰ ਦੁਨੀਆ ਦੇ ਲੋਕਾਂ ਦੀ ਗਮਤਾ ਨਹੀਂ ਪਾਈ ਜਾਂਦੀ। ਰਾਵਣ, ਹਰਨਾਕਸ਼ ਆਦਿ ਵਰਗੇ ਬੜੇ ਬੜੇ ਬਲੀ ਯੋਧੇ ਹੋਏ ਹਨ, ਪਰ ਇਹ ਗਮਾਂ ਫਿਕਰਾਂ ਵਿੱਚ ਹੀ ਰਹੇ ਹਨ, ਪਰੰਤੂ ਉਹ ਬ੍ਰਹਮ ਇਹਨਾਂ ਤੋਂ ਵੀ ਅਗੰਮ ਹੈ, ਇਸ ਲਈ ਆਗਮ ਕਿਹਾ ਹੈ, ਜੋ ਗਮਾਂ ਫਿਕਰਾਂ ਤੋਂ ਰਹਿਤ ਹੈ। ਫਿਰ ਕਹਿਣ ਲੱਗੇ, ਆਗਮ ਹੀ ਰਹਿਣ ਦਿੰਦੇ ਅਪਾਰਾ ਕਿਉਂ ਕਿਹਾ ਹੈ ਨਾਲ? ਕਹਿਣ ਲੱਗੇ, ਕਿਉਂਕਿ ਇਹ ਸਾਰੇ ਜਿਤਨੇ ਵੀ ਹਨ ਉਹ ਪ੍ਰਕਿਰਤੀ ਦੇ ਵਿੱਚ ਆ ਜਾਂਦੇ ਹਨ। ਮਨ ਇੰਦਰੀਆਂ ਤੋਂ ਅਗੰਮ ਹੈ, ਇਸ ਤੋਂ ਪਰੇ ਪ੍ਰਮਾਣ ਜਾਂ ਪ੍ਰਾਣ ਹਨ, ਪਰੰਤੂ ਉਹ ਬ੍ਰਹਮ ਇਹਨਾਂ ਸਾਰੇ ਪ੍ਰਾਣਾ ਪ੍ਰਕਿਰਤੀ ਤੋਂ ਪਰੇ ਅਪਾਰ ਸਰੂਪ ਹੈ। ਇਸ ਕਰਕੇ ਅਸੀਂ ਬ੍ਰਹਮ ਦਾ ਲੱਛਣ ਕਰਦਿਆਂ ਕਿਹਾ ਹੈ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਤੇਰੇ ਸਰਗੁਣ ਸਰੂਪ ਨੂੰ ਸਾਰੇ ਹੀ ਧਿਆਉਂਦੇ ਹਨ। ਸਭ ਧਿਆਵਹਿ ਤੁਧ ਜੀ, ਤੁਧ ਤੁਹਾਡੇ ਨਿਰਗੁਣ ਸਰੂਪ ਨੂੰ ਸਾਰੇ ਹੀ ਧਿਆਉਂਦੇ ਹਨ ਜੀ। ਹਰ ਸੱਚੇ ਸਿਰਜਣਹਾਰਾ, ਜੋ ਹਰੀ ਸੱਚੇ ਤ੍ਰੈ ਕਾਲ ਅਬਾਦ ਰੂਪ ਪਰਮੇਸ਼ਰ, ਤੁਸੀਂ ਹੀ ਸਿਰਜਣਹਾਰਾ ਜਗਤ ਨੂੰ ਰਚਣ ਵਾਲੇ ਹੋ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹੇ ਮਹਾਰਾਜ, ਜਿਤਨੇ ਵੀ ਜੀਵ ਜੰਤ ਹਨ ਉਹ ਸਾਰੇ ਤੁਹਾਡੇ ਹੀ ਪੈਦਾ ਕੀਤੇ ਹੋਏ ਹਨ, ਤੁਹਾਡੇ ਹੀ ਪੈਦਾ ਕੀਤੇ ਹੋਏ ਹਨ ਜੀ। ਅਤੇ ਤੂੰ ਜੀਆਂ ਕਾ ਦਾਤਾਰਾ, ਹੇ ਪਰਮੇਸ਼ਰ, ਤੂੰ ਸਾਰੇ ਜੀਵਾਂ ਦਾ ਦਾਤਾਰਾ, ਦਾਤਾ ਰੂਪ ਹੈ ਕਿ ਦਾਤਾ ਦੇਣ ਵਾਲਾ ਹੈ। ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਹੇ ਸੰਤੋ ਸੰਤ ਜਨੋ, ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਜਨੋ, ਹਰੀ ਅਕਾਲ ਪੁਰਖ ਨੂੰ ਧਿਆਉਣਾ ਕਰੋ। ਹੇ ਭਾਈ, ਸੰਤ ਜਨਾਂ ਨਾਲ ਮਿਲ ਕਰਕੇ ਪਰਮੇਸ਼ਰ ਨੂੰ ਧਿਆਉਣਾ ਕਰੋ ਜੀ। ਸਭ ਦੁੱਖ ਵਿਸਾਰਨਹਾਰਾ, ਜਿਹੜਾ ਹਰੀ ਸਾਰੇ ਦੁੱਖਾਂ ਕਸ਼ਟਾਂ ਦੇ ਤਾਈਂ ਵਿਸਾਰਨਹਾਰਾ ਕਿ ਵਿਸਰਜਨ ਕਰ ਦੇਣ ਵਾਲਾ ਹੈ, ਖਤਮ ਕਰਨ ਦੇਣ ਵਾਲਾ ਹੈ, ਵਿਦਾ ਕਰਨ ਵਾਲਾ ਹੈ, ਉਸ ਨੂੰ ਧਿਆਉਣਾ ਕਰੋ। ਹਰਿ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਹਰੀ ਪਰਮੇਸ਼ਰ ਆਪ ਹੀ ਸਰਬ ਦੀ ਉਤਪਤੀ ਪਾਲਣਾ ਕਰਨ ਵਾਲਾ ਠਾਕੁਰ ਮਾਲਕ ਸੁਆਮੀ ਹੈ। ਹਰਿ ਆਪੇ ਠਾਕੁਰ
ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਬਾਕੀ ਦੇ ਜੰਤ ਜੀਵਾਂ ਦੀ ਕੀ ਵਿਚਾਰ ਕਰੀਏ, ਭਾਵ ਤੁੱਛ ਜੀਵਾਂ ਦੀ ਕੀ ਵਿਚਾਰ ਕਰਨੀ ਹੈ। ਉਹ ਪਰਮੇਸ਼ਰ ਤਾਂ ਬੇਅੰਤ ਹੈ ਕਿ ਹਰੀ ਪਰਮੇਸ਼ਰ ਆਪ ਹੀ ਸਰਬ ਦੀ ਉਤਪਤੀ ਪਾਲਣਾ ਕਰਨ ਵਾਲਾ ਠਾਕੁਰ ਮਾਲਕ ਸੁਆਮੀ ਹੈ ਅਤੇ ਹਰ ਆਪੇ ਸੇਵਕ ਜੀ। ਹਰੀ ਪਰਮੇਸ਼ਰ ਆਪ ਹੀ ਸਰਦਾ ਤੇ ਨਿਮਰਤਾ ਭਾਵਨਾ ਨਾਲ ਸੇਵਕ ਦਾਸ ਰੂਪ ਹੈ ਜੀ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ, ਤੁਸੀਂ ਘਾਟ ਘਾਟ ਘਟਾਂ ਘਟਾਂ ਸਰੀਰਾਂ ਸਰੀਰਾਂ ਵਿੱਚ ਸਾਰਿਆਂ ਅੰਦਰ ਨਿਰੰਤਰ ਇੱਕ ਰਾਸ ਅੰਤਰੇ ਭੇਦ ਤੋਂ ਰਹਿਤ ਹੋ ਜੀ। ਅਤੇ ਹੇ ਹਰੀ ਜੀ, ਹਰ ਏਕੋ ਪੁਰਖ ਸਮਾਣਾ, ਇੱਕੋ ਤੁਸੀਂ ਹੀ ਆਕਾਸ਼ ਦੀ ਨਿਆਈ ਸਾਰੇ ਪੁਰਖ ਪੂਰਨ ਹੋ ਅਤੇ ਸਾਰਿਆਂ ਵਿੱਚ ਸਮਾਏ ਹੋਏ ਵਿਆਪਕ ਹੋ। ਇੱਕ ਦਾਤੇ ਇੱਕ ਭਿਖਾਰੀ ਜੀ। ਹੇ ਮਹਾਰਾਜ ਜੀ, ਇਕਨਾਂ ਨੂੰ ਤੁਸੀਂ ਪਿਛਲੇ ਪੁੰਨ ਕਰਮਾਂ ਦੇ ਸਦਕਾ ਦਾਤੇ ਦਾਤਾਂ ਦੇਣ ਵਾਲੇ ਬਣਾਇਆ ਹੈ ਅਤੇ ਇੱਕ ਭਿਖਾਰੀ ਜੀ, ਇਕਨਾਂ ਨੂੰ ਪਿਛਲੇ ਪਾਪ ਕਰਮਾਂ ਦੇ ਸਦਕਾ ਭਿਖਾਰੀ ਮੰਗਤੇ ਬਣਾ ਦਿੱਤਾ ਹੈ। ਸਭ ਤੇਰੇ ਚੋਜ ਬਣਾਣਾ, ਇਹ ਸਾਰੇ ਤੁਹਾਡੇ ਹੀ ਬਣਾਣਾ ਅਸਚਰਜ ਕੌਤਕ ਹਨ ਕਿ ਅਸਚਰਜ ਰੂਪ ਪ੍ਰਭੂ, ਇਕਨਾਂ ਨੂੰ ਤੁਸੀਂ ਨਾਮ ਉਪਦੇਸ਼ ਦੇ ਕੇ ਦਾਤੇ ਤਤ ਬੇਤੇ ਬਣਾਇਆ ਹੈ ਅਤੇ ਇਕਨਾਂ ਨੂੰ ਨਾਮ ਦੇ ਭਿਖਾਰੀ ਜਾਚਕ ਜਗਿਆਸੂ ਬਣਾਇਆ ਹੈ। ਇੱਕ ਦਾਤਿਆਂ ਦੀ ਨਿਆਈ ਸਤੋ ਗੁਣੀ ਬਣਾਏ ਹਨ ਅਤੇ ਇੱਕ ਭਿਖਾਰੀ ਦੀ ਨਿਆਈ ਤਾਮਸੀ ਬਣਾਏ ਹਨ। ਇਹ ਸਭ ਤੁਹਾਡੇ ਹੀ ਕੌਤਕ ਹਨ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹੇ ਮਹਾਰਾਜ, ਤੁਸੀਂ ਆਪ ਹੀ ਦਾਤਾ ਦਾਨੀ ਰੂਪ ਹੋ ਕੇ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਈਸ਼ਰ ਰੂਪ ਹੋ ਅਤੇ ਹਾਂ ਤੁਧ ਬਿਨ ਅਵਰ ਨਾ ਜਾਣਾ ਅਤੇ ਆਪ ਹੀ ਭੋਗਣ ਵਾਲੇ ਜੀਵ ਰੂਪ ਹੋ। ਮੈਂ ਤੁਹਾਡੇ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਹੇ ਪਾਰ ਬ੍ਰਹਮ ਪਰਾ ਰੂਪ, ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਸਰੂਪ ਪਰਮੇਸ਼ਰ ਜੀ, ਤੁਸੀਂ ਪਿੱਛੇ ਵੀ ਬੇਅੰਤ ਅਨੰਤ ਸੀ, ਹੁਣ ਵੀ ਬੇਅੰਤ ਅਨੰਤ ਹੋ ਅਤੇ ਅਗਾਂਹ ਨੂੰ ਵੀ ਬੇਅੰਤ ਹੀ ਰਹੋਗੇ। ਤੇਰੇ ਕਿਆ ਗੁਣ ਆਖ ਬਖਾਣਾ, ਤੇਰੇ ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ, ਕਿਹੜੀਆਂ ਕਿਹੜੀਆਂ ਸਿਫਤਾਂ ਨੂੰ ਮੁੱਖ ਦੁਆਰਾ ਕਹਿ ਕੇ ਕਥਨ ਕਰੀਏ। ਜੋ ਸੇਵ ਹੈ ਜੋ ਸੇਵ ਹੈ ਤੁਧ ਜੀ। ਹੇ ਮਹਾਰਾਜ, ਜੋ ਜਿਹੜੇ ਤੁਹਾਡੇ ਸਰਗੁਣ ਸਰੂਪ ਨੂੰ ਸੇਵਦੇ ਹਨ, ਜਿਹੜੇ ਤੁਹਾਡੇ ਨਿਰਗੁਣ ਸਰੂਪ ਨੂੰ ਸੇਵਦੇ ਹਨ ਜੀ, ਜਿਹੜੇ ਹੁਣ ਸੇਵਨ ਕਰਦੇ ਹਨ, ਜਿਹੜੇ ਅੱਗੇ ਨੂੰ ਸੇਵਨ ਕਰਨਗੇ ਸਿਮਰਨ ਕਰਨਗੇ, ਜਨ ਨਾਨਕ ਤਿਨ ਕੁਰਬਾਨਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਦਾਸ ਉਹਨਾਂ ਤੋਂ ਸੈਂਕੜੇ ਵਾਰੀ ਕੁਰਬਾਨ ਜਾਂਦਾ ਹਾਂ, ਜਿਹੜੇ ਹੁਣ ਵੀ ਨਾਮ ਜਪਦੇ ਹਨ, ਅੱਗੇ ਨੂੰ ਵੀ ਜਪਣਗੇ। ਜਿਨ੍ਹਾਂ ਨੇ ਜਪਿਆ ਹੈ ਉਹਨਾਂ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਸੈਂਕੜੇ ਵਾਰੀ ਕੁਰਬਾਨ ਜਾਂਦੇ ਹਾਂ। ਹਰ ਧਿਆਵੋ ਤੁਧ ਜੀ। ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਜਿਹੜੇ ਤੁਹਾਡੇ ਸਰਗੁਣ ਸਰੂਪ ਨੂੰ ਧਿਆਉਂਦੇ ਹਨ ਅਤੇ ਹਰ ਧਿਆਵ ਹੈ ਤੁਧ ਜੀ ਕਿ ਹੇ ਪਰਮੇਸ਼ਰ ਜੀ, ਜਿਹੜੇ ਤੁਧ ਤੁਹਾਡੇ ਨਿਰਗੁਣ ਸਰੂਪ ਨੂੰ ਧਿਆਉਣੇ ਯੋਗ ਹੋ ਕਰਕੇ ਧਿਆਉਂਦੇ ਹਨ। ਸੇ ਜਾਨ ਜੁਗ ਮੈਂ ਸੁਖ ਵਾਸੀ, ਸੇ ਉਹ ਜਨ ਪੁਰਖ ਜੁਗ ਸਤਜੁਗ ਤ੍ਰੇਤਾ ਦੁਆਪਰ ਕਲਯੁਗ, ਆਦਿਕ ਜੁਗਾਂ ਵਿੱਚ ਪਿੱਛੇ ਸੁਖ ਵਾਸੀ ਸੁਖੀ ਵਸਦੇ ਸੀ, ਹੁਣ ਵੀ ਵਸਦੇ ਹਨ, ਅੱਗੇ ਨੂੰ ਵੀ ਸੁਖੀ ਵਸਣਗੇ। ਜੁਗ ਭਾਵੇਂ ਕੋਈ ਵੀ ਹੋਵੇ,
ਜਿਹੜੇ ਪੁਰਸ਼ਾਂ ਨੇ ਪਰਮੇਸ਼ਰ ਤੁਹਾਡਾ ਨਾਮ ਜਪਿਆ ਹੈ, ਉਹ ਤ੍ਰੇਤੇ ਵਿੱਚ ਵੀ, ਸਤਯੁਗ ਵਿੱਚ ਵੀ, ਦੁਆਪਰ ਵਿੱਚ ਵੀ, ਕਲਯੁਗ ਵਿੱਚ ਵੀ ਕਿ ਸੁਖ ਵਾਸੀ, ਸੁੱਖਾਂ ਦੇ ਵਾਸੀ ਹੁੰਦੇ ਹਨ। ਜੋ ਤੁਹਾਡਾ ਨਾਮ ਜਪਦੇ ਹਨ ਸੇ ਮੁਕਤ ਭਏ ਜਨ ਹਰਿ ਧਿਆਇਆ ਜੀਓ, ਤਿਨ ਟੂਟੀ ਜਮ ਕੀ ਫਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀਓ, ਜਿਨ੍ਹਾਂ ਜੀਵਾਂ ਨੇ ਹਰੀ ਪਰਮੇਸ਼ਰ ਜੀ ਨੂੰ ਧਿਆਉਣਾ ਕੀਤਾ ਹੈ, ਉਹ ਨਿਰਗੁਣ ਦੇ ਉਪਾਸਕ ਵੀ ਜੰਮਣ ਮਰਨ ਦੇ ਬੰਧਨਾਂ ਤੋਂ ਮੁਕਤ ਸੁਤੰਤਰ ਹੋ ਗਏ ਹਨ, ਅਤੇ ਸਰਗੁਣ ਸਰੂਪ ਦੇ ਉਪਾਸਕ ਵੀ ਸੁਤੰਤਰ ਹੋ ਗਏ ਹਨ। ਜਿਨ੍ਹਾਂ ਨੇ ਹਰੀ ਨੂੰ ਧਿਆਉਣਾ ਕੀਤਾ ਹੈ, ਉਹ ਪੁਰਖ ਮੁਕਤੀ ਨੂੰ ਪਾ ਕੇ ਮੁਕਤ ਹੋ ਗਏ ਹਨ, ਅਤੇ ਤਿੰਨ ਟੂਟੀ ਜਮ ਕੀ ਫਾਸੀ, ਅਤੇ ਉਹਨਾਂ ਦੀ ਜਮਦੂਤਾਂ ਦੀ ਫਾਹੀ ਵੀ ਟੁੱਟ ਗਈ ਹੈ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀਓ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਭੈ ਤੋਂ ਰਹਿਤ ਪਰਮੇਸ਼ਰ ਦੇ ਨਿਰਗੁਣ ਸਰੂਪ ਨੂੰ ਧਿਆਇਆ ਹੈ, ਅਤੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਿਰਭਉ ਭੈ ਰਹਿਤ ਸਰੂਪ ਨੂੰ ਧਿਆਉਣਾ ਕੀਤਾ ਹੈ, ਜਿਨ੍ਹਾਂ ਨੇ ਭੈ ਤੋਂ ਰਹਿਤ ਹੋਣ ਕਰਕੇ ਨਿਰਭਉ ਭੈ ਰਹਿਤ ਹਰੀ ਨੂੰ ਧਿਆਉਣਾ ਕੀਤਾ ਹੈ, ਤਿਨ ਕਾ ਭਉ ਸਭ ਗਵਾਸੀ। ਉਹਨਾਂ ਭਗਤ ਜਨਾਂ ਦਾ ਜੰਮਣ ਮਰਨ ਦਾ ਤੇ ਜਮਾ ਆਦਿਕ ਦਾ ਜਿਹੜਾ ਸਾਰਾ ਭਉ ਡਰ ਪਰਮੇਸ਼ਰ ਨੇ ਗਵਾ ਦਿੱਤਾ ਹੈ। ਜਿਨ ਸੇਵਿਆ ਮੇਰਾ ਹਰਿ ਜੀਓ, ਤੇ ਹਰਿ ਹਰਿ ਰੂਪ ਸਮਾਸੀ। ਜਿਨ ਸੇਵਿਆ ਮੇਰਾ ਹਰਿ ਜੀਓ, ਜਿਨ੍ਹਾਂ ਨੇ ਪਰਮੇਸ਼ਰ ਦੇ ਨਿਰਗੁਣ ਸਰੂਪ ਨੂੰ ਸੇਵਨਾ ਕੀਤਾ ਹੈ, ਅਤੇ ਜਿਨ੍ਹਾਂ ਨੇ ਸਾਡੇ ਪਰਮੇਸ਼ਰ ਦੇ ਸਰਗੁਣ ਸਰੂਪ ਨੂੰ ਸੇਵਨਾ ਕੀਤਾ ਹੈ ਜੀਓ। ਜਿਨ੍ਹਾਂ ਨੇ ਮੇਰੇ ਹਰੀ ਪ੍ਰਭੂ ਨੂੰ ਭੂਤ ਕਾਲ ਵਿੱਚ ਸੇਵਿਆ ਸੀ, ਤੇ ਜਿਨ੍ਹਾਂ ਨੇ ਵਰਤਮਾਨ ਕਾਲ ਵਿੱਚ ਹਰੀ ਨੂੰ ਸੇਵਿਆ ਹੈ, ਅਤੇ ਜਿਨ੍ਹਾਂ ਨੇ ਭਵਿੱਖਤ ਕਾਲ ਵਿੱਚ ਹਰੀ ਨੂੰ ਭਵਿੱਖਤ ਕਾਲ ਵਿੱਚ ਹਰੀ ਪ੍ਰਭੂ ਨੂੰ ਸੇਵਣਗੇ, ਉਸ ਦਾ ਸਿਮਰਨ ਕਰਨਗੇ, ਤੇ ਹਰ ਹਰ ਰੂਪ ਸਮਾਸੀ। ਉਹ ਹਰ ਹਰੀ ਹਰੇਕ ਪਰਮੇਸ਼ਰ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਸਰੂਪ ਵਿੱਚ ਸਮਾਸੀ ਸਮਾਉਂਦੇ ਹਨ। ਪਿਛਲੇ ਭਗਤ ਵੀ ਪਰਮੇਸ਼ਰ ਦੇ ਵਿੱਚ ਸਮਾ ਗਏ ਸੀ, ਤੇ ਹੁਣ ਦੇ ਭਗਤ ਪਰਮੇਸ਼ਰ ਦੇ ਵਿੱਚ ਸਮਾ ਰਹੇ ਹਨ, ਤੇ ਅੱਗੇ ਨੂੰ ਵੀ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਹਨ, ਉਹ ਪਰਮੇਸ਼ਰ ਦੇ ਵਿੱਚ ਸਮਾ ਜਾਣਗੇ। ਸੇ ਧਨ ਜਿਨ ਹਰਿ ਧਿਆਇਆ ਜੀਓ, ਜਨ ਨਾਨਕ ਤਿਨ ਬਲ ਜਾਸੀ। ਭਗਤ ਜੀ ਮਹਾਰਾਜ ਜੀ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ, ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਹੇ ਪਿਆਰਿਓ, ਨਿਸ਼ਚੇ ਕਰਕੇ ਉਹ ਪੁਰਖ ਧਨ ਸਲਾਉਣੇ ਯੋਗ ਹਨ, ਉਹ ਪੁਰਖ ਸਲਾਉਣੇ ਯੋਗ ਹਨ, ਉਹ ਪੁਰਖ ਵਡਿਆਈ ਦੇ ਯੋਗ ਹਨ, ਤਿੰਨਾਂ ਕਾਲਾਂ ਵਿੱਚ ਉਹ ਪੁਰਖ ਧਨਤਾ ਦੇ ਯੋਗ ਹਨ। ਜਿਨ ਹਰਿ ਧਿਆਇਆ ਜੀਓ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਸੇ ਧਨ ਕਿ ਉਹ ਧਨ ਸਲਾਉਣੇ ਯੋਗ ਹਨ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਜਨ ਨਾਨਕ ਤਿਨ ਬਲ ਜਾਸੀ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਜਾਨ ਸੇਵਕ ਉਹਨਾਂ ਪੁਰਸ਼ਾਂ ਤੋਂ ਬਲ ਜਾਸੀ ਬਲਹਾਰ ਕੁਰਬਾਨ ਜਾਂਦਾ ਹਾਂ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਹੇ ਮਹਾਰਾਜ ਜੀ,
ਤੇਰੀ ਤੁਹਾਡੀ ਸਰਗੁਣ ਸਰੂਪ ਦੀ ਭਗਤੀ ਦੇ ਭੰਡਾਰੇ ਅਤੇ ਤੁਹਾਡੀ ਨਿਰਗੁਣ ਸਰੂਪ ਦੀ ਭਗਤੀ ਦੇ ਭੰਡਾਰੇ ਖਜ਼ਾਨੇ ਭਗਤ ਜਨਾਂ ਦੇ ਹਿਰਦੇ ਬੇਅੰਤ ਅੰਤ ਤੋਂ ਰਹਿਤ ਬੇਅਨੰਤ ਭਰੇ ਬੇਅੰਤ ਬੇਅੰਤਾ ਕਿ ਬੇਅੰਤ ਅਨੰਤ ਭਰੇ ਪਏ ਹਨ। ਤੇਰੇ ਭਗਤ ਸਲਾਹਨ ਤੁਧ ਜੀ। ਹੇ ਪਰਮੇਸ਼ਰ ਜੀ, ਤੁਹਾਡੇ ਨਿਰਗੁਣ ਸਰੂਪ ਦੇ ਭਗਤ ਉਪਾਸਕ ਤੁਹਾਨੂੰ ਸਲਾਹੁੰਦੇ ਹਨ। ਤੁਹਾਡੇ ਸਰਗੁਣ ਸਰੂਪ ਦੇ ਸੇਵਕ ਉਪਾਸਕ ਤੁਹਾਨੂੰ ਸਲਾਹੁੰਦੇ ਹਨ। ਤੇ ਹੇ ਅਨੰਤ ਬੇਅੰਤ ਗੁਣਾ ਵਾਲੇ ਹਰੀ ਪ੍ਰਭੂ, ਹਰ ਅਨਕ ਅਨੇਕ ਅਨੰਤਾ ਕਿ ਅਨੇਕਾਂ ਹੀ ਤੇਰੀ ਨਿਰਗੁਣ ਸਰੂਪ ਦੀ ਪ੍ਰਾਪਤੀ ਵਾਸਤੇ ਬੇਅੰਤ ਹੀ ਸਰਗੁਣ ਸਰੂਪ ਦੀ ਪ੍ਰਾਪਤੀ ਵਾਸਤੇ ਧਿਆਉਂਦੇ ਹਨ। ਤੇ ਬੇਅੰਤ ਹੀ ਭਗਤ ਧਿਆ ਰਹੇ ਹਨ ਤੇ ਅੱਗੇ ਭਵਿੱਖ ਸਮੇਂ ਵਿੱਚ ਵੀ ਬੇਅੰਤ ਹੀ ਭਗਤ ਧਿਆਉਣਗੇ। ਹੇ ਸਲਾਹੁਣੇ ਯੋਗ ਪਰਮੇਸ਼ਰ, ਤੂੰ ਬੇਅੰਤ ਹੈ। ਤੇਰੇ ਗੁਣ ਵੀ ਅਨੇਕਾਂ ਹਨ ਅਤੇ ਗੁਣਾਂ ਦੇ ਕਹਿਣ ਵਾਲੇ ਵੀ ਅਨੰਤ ਹਨ, ਗਿਣਤੀ ਤੋਂ ਰਹਿਤ ਹਨ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਾਪੇ ਜਪੇ ਬੇਅੰਤਾ। ਹੇ ਹਰੀ ਪਰਮੇਸ਼ਰ ਜੀ, ਤੁਹਾਡੀ ਨਿਰਗੁਣ ਸਰੂਪ ਦੀ ਪ੍ਰਾਪਤੀ ਵਾਸਤੇ ਅਨੇਕਾਂ ਹੀ, ਤੁਹਾਡੀ ਸਰਗੁਣ ਸਰੂਪ ਦੀ ਪ੍ਰਾਪਤੀ ਵਾਸਤੇ ਅਨੇਕਾਂ ਹੀ ਪੁਰਸ਼ ਪੂਜਣ ਆਦਿਕ ਕਰਦੇ ਹਨ। ਤਪ ਤਾਪੇ ਜਪੇ ਬੇਅੰਤਾ ਕਿ ਕਈ ਤਪ ਤਪੱਸਿਆ ਕਰਦੇ ਹੋਏ, ਧੂਣੀਆਂ ਨੂੰ ਤਪਾਉਂਦੇ ਹੋਏ ਅਤੇ ਕਈ ਦੇਵਤਿਆਂ ਦੇ ਦਿੱਤੇ ਹੋਏ ਮੰਤਰਾਂ ਨੂੰ ਜਪਦੇ ਹਨ ਕਿ ਜਪਦੇ ਸਿਰਫ ਤੇਰੀ ਪ੍ਰਾਪਤੀ ਵਾਸਤੇ ਹਨ। ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਹੇ ਪਰਮੇਸ਼ਰ, ਤੁਹਾਡੇ ਮਿਲਣ ਤਾਈਂ ਅਨੇਕਾਂ ਹੀ ਲੋਕ ਅਨੇਕਾਂ ਸਿਮਰਤੀਆਂ ਪੜ੍ਹਦੇ ਹਨ ਅਤੇ ਤੁਹਾਡੇ ਮਿਲਣ ਤਾਈਂ ਬੇਅੰਤ ਲੋਕ ਸ਼ਾਸਤਰਾਂ ਨੂੰ ਪੜ੍ਹਦੇ ਹਨ ਅਤੇ ਕਰ ਕਿਰਿਆ ਖਟ ਕਰਮ ਕਰੰਤਾ ਅਤੇ ਕਈ ਕਿਰਿਆ ਕਰਦੇ ਹਨ, ਨਿਉਲੀ ਧੋਤੀ ਆਦਿਕ ਕਰਦੇ ਹਨ। ਕਈ ਜਗ ਕਰਨਾ ਕਰਾਉਣਾ, ਦਾਨ ਦੇਣਾ ਲੈਣਾ ਅਤੇ ਵਿੱਦਿਆ ਪੜ੍ਹਨੀ ਪੜ੍ਹਾਉਣੀ ਇਹ ਕਰਮ ਕਰਦੇ ਹਨ ਕਿ ਸੰਧਿਆ ਤਰਪਣ ਗਾਇਤਰੀ ਇਸ਼ਨਾਨ ਅਥਿਤੀ ਪੂਜਾ ਦੇਵ ਅਰਚਨ ਆਦਿਕ 6 ਪ੍ਰਕਾਰ ਦੇ ਕਰਮਾਂ ਨੂੰ ਕਰਦੇ ਹਨ। ਸੇ ਭਗਤ ਭਲੇ ਜਨ ਨਾਨਕ ਜੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਨਿਰਗੁਣ ਸਰੂਪ ਦੇ ਭਗਤ ਉਪਾਸਕ ਅਤੇ ਉਸ ਸਰਗੁਣ ਸਰੂਪ ਦੇ ਭਗਤ ਉਪਾਸਕ ਜਨ ਚੰਗੇ ਹਨ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਜੋ ਜਿਹੜੇ ਮੇਰੇ ਹਰੀ ਪਰਮੇਸ਼ਰ ਨੂੰ ਭਾਉਂਦੇ ਹਨ ਉਹ ਚੰਗੇ ਹਨ, ਜੋ ਵੀ ਉਪਾਸਕ ਹਨ। ਸੇ ਭਗਤ ਭਲੇ ਜਨ ਨਾਨਕ ਜੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਭਗਤ ਜਨ ਭਲੇ ਹਨ, ਚੰਗੇ ਹਨ, ਜਿਹੜੇ ਸਾਡੇ ਹਰੀ ਪਰਮੇਸ਼ਰ ਨੂੰ ਭਾਉਂਦੇ ਹਨ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਹੇ ਪਰਮੇਸ਼ਰ, ਤੁਸੀਂ ਸਾਰੇ ਜਗਤ ਦਾ ਆਦਿ ਮੁੱਢ ਰੂਪ ਹੋ, ਸਾਰੇ ਥਾਵਾਂ ਤੇ ਪੂਰਨ ਹੋ, ਅਪਰੰਪਰ ਪ੍ਰਕਿਰਤੀ ਦੇ ਵੀ ਪਰਾ ਰੂਪ ਹੋ ਅਤੇ ਸਭ ਨੂੰ ਰਚਣ ਵਾਲੇ ਹੋ। ਤੁਧ ਜੇਵੜ ਅਵਰ ਨਾ ਕੋਈ, ਤੁਧ ਤੁਹਾਡੇ ਜਿੱਡਾ ਵੱਡਾ ਅਵਰ ਹੋਰ ਕੋਈ ਵੀ ਨਹੀਂ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਹੇ ਪਰਮੇਸ਼ਰ ਜੀ, ਤੁਸੀਂ ਜੁਗ ਜੁਗ ਸਤ ਜੁਗ ਤ੍ਰੇਤਾ ਦੁਆਪਰ ਕਲ ਯੁਗ ਵਿੱਚ ਇੱਕੋ ਅਦਵੈਤ ਰੂਪ ਹੋ ਅਤੇ ਹਮੇਸ਼ਾ ਹਮੇਸ਼ਾ ਜਦੋਂ ਜੁਗਾਂ ਦੀ ਮਰਜ਼ਾਦਾ ਕਾਇਮ
ਨਹੀਂ ਕੀਤੀ ਸੀ। ਉਦੋਂ ਵੀ ਤੁਸੀਂ ਇੱਕੋ ਹੀ ਸੀ, ਅਤੇ ਜਦੋਂ ਜੁਗਾਂ ਦੀ ਪਰਲੋਂ ਕਰੋਗੇ ਉਦੋਂ ਵੀ ਤੁਸੀਂ ਇੱਕੋ ਹੀ ਹੋਵੋਗੇ। ਤੁਸੀਂ ਉਹ ਹੀ ਸਦਾ ਨਿਹਚਲ ਕਰਤਾ ਸੋਈ, ਨਿਹਚਲ ਅਚਲ ਰੂਪ ਅਤੇ ਕਰਤਾ ਰੂਪ ਹੋ। ਤੁਧ ਭਾਵੈ ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ। ਹੇ ਪਰਮੇਸ਼ਰ, ਜੋ ਕੁਝ ਤੁਹਾਨੂੰ ਆਪੇ ਪਿੱਛੇ ਭਾਉਂਦਾ ਸੀ, ਜੋ ਤੁਹਾਨੂੰ ਪਿੱਛੇ ਵੀ ਭਾਉਂਦਾ ਸੀ, ਹੁਣ ਵੀ ਭਾ ਰਿਹਾ ਹੈ ਅਤੇ ਅੱਗੇ ਨੂੰ ਭਾਵੇਗਾ। ਉਹ ਹੀ ਵਰਤਾਰਾ ਪਿੱਛੇ ਵਰਤਦਾ ਸੀ, ਹੁਣ ਵਰਤ ਰਿਹਾ ਹੈ ਤੇ ਅਗਾਂਹ ਨੂੰ ਵੀ ਵਰਤੇਗਾ। ਤੁਸੀਂ ਆਪ ਹੀ ਜੋ ਕੁਝ ਕਰਦੇ ਹੋ ਉਹ ਕੁਝ ਹੀ ਹੁੰਦਾ ਹੈ। ਤੂੰ ਆਪੇ ਕਰੇ ਸੋ ਹੋਈ, ਜੋ ਕੁਝ ਤੁਸੀਂ ਆਪ ਕਰਦੇ ਹੋ ਸੋ ਉਹ ਕੁਝ ਹੀ ਹੁੰਦਾ ਹੈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਹੇ ਪਰਮੇਸ਼ਰ, ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ। ਤੁਸੀਂ ਆਪ ਹੀ ਸ੍ਰਿਸ਼ਟੀ ਨੂੰ ਰਚ ਕੇ ਪਾਲਣਾ ਕਰਦੇ ਹੋ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਕਿ ਹੇ ਪਰਮੇਸ਼ਰ ਜੀ, ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ ਅਤੇ ਤੁਸੀਂ ਆਪ ਹੀ ਸ੍ਰਿਸ਼ਟੀ ਨੂੰ ਸਿਰਜ ਕਰਕੇ ਰਚ ਕੇ ਪਾਲਣਾ ਕਰਦੇ ਹੋ। ਫਿਰ ਆਪ ਹੀ ਸਾਰੀ ਸਿਰਜੀ ਹੋਈ ਸ੍ਰਿਸ਼ਟੀ ਦੀ ਪਾਲਣਾ ਕਰਕੇ ਗੋਈ ਮਿਲਾਈ ਛਪਾਈ ਬੁਲਾਈ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਣੋਈ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਜਾਣ ਤਾਂ ਉਸ ਕਰਤੇ ਰਚਨਹਾਰ ਪਰਮੇਸ਼ਰ ਦੇ ਹੀ ਗੁਣਾਂ ਨੂੰ ਗਾਉਂਦੇ ਹਾਂ, ਜਿਹੜਾ ਸਾਰਿਆਂ ਦਾ ਭੇਦ ਜਾਣਨ ਵਾਲਾ ਹੈ, ਜੋ ਸਾਰਿਆਂ ਨੂੰ ਜਣੋਈ ਪੈਦਾ ਕਰਨ ਵਾਲਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਤਾਂ ਉਸ ਪਰਮੇਸ਼ਰ ਦੇ ਹੀ ਗੁਣ ਗਾਉਂਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ, ਚੌਪ ਦੇ ਘਰ ਦੂਜਾ। ਸੁਣ ਵੱਡਾ ਆਖੈ ਸਭ ਕੋਈ, ਕੇਵੜ ਵੱਡਾ ਡੀਠਾ ਹੋਈ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇਵੜ ਚੀਰਾ ਰਹਾਓ। ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੇਈ ਨਦੀ ਦੁਆਰਾ ਸੱਚਖੰਡ ਤੋਂ ਮੂਲ ਮੰਤਰ ਲੈ ਕੇ 3 ਦਿਨਾਂ ਬਾਅਦ ਬਾਹਰ ਆਏ ਕਿ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੇਰੀ ਨਦੀ ਤੇ ਨਾਲ ਜੋ ਨਦੀ ਚੱਲਦੀ ਹੈ ਉੱਥੇ ਚੂੰਬਾ ਮਾਰਿਆ ਸੀ, 3 ਦਿਨਾਂ ਬਾਅਦ ਸੱਚਖੰਡ ਤੋਂ ਬਾਹਰ ਆਏ ਸਨ। ਉੱਥੋਂ ਮੂਲ ਮੰਤਰ ਲੈ ਕੇ 3 ਦਿਨਾਂ ਬਾਅਦ ਬਾਹਰ ਆਏ ਸਨ। ਉਦੋਂ ਭਾਈ ਭਗੀਰਥ ਨਾਮੀ ਸਿੱਖ ਜੋ 3 ਦਿਨਾਂ ਤੋਂ ਗੁਰੂ ਸਾਹਿਬ ਜੀ ਦੇ ਵਸਤਰ ਲੈ ਕੇ ਉੱਥੇ ਹੀ ਖੜਾ ਰਿਹਾ ਸੀ, ਉਸ ਨੂੰ ਗੁਰੂ ਜੀ ਨੇ ਕਿਹਾ ਕਿ ਜਾਓ ਸਾਡੇ ਭੈਣ ਜੀ ਨੂੰ ਕਹੋ ਕਿ ਕੜਾਹ ਪ੍ਰਸਾਦ ਤਿਆਰ ਕਰਕੇ ਲਿਆਓ। ਜਦੋਂ ਬੇਈ ਨਦੀ ਦੇ ਵਿੱਚੋਂ ਬਾਹਰ ਆਏ, ਗੁਰਸਿੱਖ ਜੋ ਵਸਤਰ ਲਈ ਖੜਾ ਸੀ ਉਸ ਨੂੰ ਕਿਹਾ ਕਿ ਜਾਓ ਸਾਡੀ ਭੈਣ ਨੂੰ ਕਹੋ ਕਿ ਕੜਾਹ ਪ੍ਰਸਾਦ ਦੀ ਦੇਗ ਕਰਕੇ ਲਿਆਓ। ਬੇਬੇ ਨਾਨਕੀ ਜੀ ਨੇ ਕੜਾਹ ਪ੍ਰਸਾਦ ਤਿਆਰ ਕਰਕੇ ਲਿਆਂਦਾ।
उस वेले महाराज जी ने साब संगत नूं मूल मंत्र बख्शिश कीता। एक ओंकार तो लैके नानक होसी भी सच तक, यह मूल मंत्र दृढ़ करवाया। बेबे नानकी जी ने गुरु जी नूं प्राशन कीता। गुरु नानक देव महाराज जी नूं बेबे नानकी ने प्राशन कीता कि महाराज जी, जिस खंड विच तुसीं जा के आए हो उत्थे अकाल पुरख दा किड्डा क वड्डा नज़ारा देखिया है। तां सुण के गुरु जी ने बेबे नानकी जी दे परथाए पहला ਰਹਿ ਰਾਸ ਵਿੱਚ ਅਤੇ ਦੂਸਰਾ ਇਹ ਸ਼ਬਦ ਉਚਾਰਨ ਕੀਤਾ ਹੈ। ਸ਼ਬਦ ਦੇ ਆਦਿ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮੰਗਲ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਰਾਗ ਆਸਾ ਮਹੱਲਾ ਪਹਿਲਾ। ਕਿ ਰਾਗ ਆਸਾ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਚੌਪ ਦੇ 4-4 ਪਦਿਆਂ ਵਾਲੇ ਸ਼ਬਦ ਘਰ ਦੂਜਾ ਦੂਜੇ ਸੁਰਤਾਲ ਵਿੱਚ ਉਚਾਰਨ ਕਰਦੇ ਹਨ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਕਿ ਉਸ ਸੱਚਖੰਡ ਦਾ ਨਜ਼ਾਰਾ ਦੱਸਦੇ ਹਨ ਬੇਬੇ ਨਾਨਕੀ ਨੂੰ। ਕਹਿਣ ਲੱਗੇ ਸੁਣ ਵੱਡਾ ਆਖੈ ਸਭ ਕੋਈ, ਕਿ ਹੇ ਭੈਣ ਜੀ, ਪਰਮੇਸ਼ਰ ਨੂੰ ਸ਼ਾਸਤਰਾਂ ਤੇ ਇੱਕ ਦੂਜੇ ਤੋਂ ਸੁਣ ਕੇ ਸ਼ਰਾਵਣ ਕਰਕੇ ਤਾਂ ਸਭ ਕੋਈ ਸਾਰੇ ਕਹੀ ਜਾਂਦੇ ਹਨ ਕਿ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਪਰੰਤੂ ਉਹ ਪਰਮੇਸ਼ਰ ਕੇਵੜ ਵੱਡਾ ਡੀਠਾ ਹੋਈ। ਪਰੰਤੂ ਉਹ ਪਰਮੇਸ਼ਰ ਕੇਵੜ ਕਿੱਡਾ ਕੁ ਵੱਡਾ ਹੈ, ਇਸ ਗੱਲ ਨੂੰ ਉਹ ਜਾਣ ਸਕਦਾ ਹੈ ਜਿਸ ਨੇ ਦੇਖਿਆ ਹੋਇਆ ਹੈ। ਸੁਣ ਵੱਡਾ ਆਖੈ ਸਭ ਕੋਈ, ਕੇਵੜ ਵੱਡਾ ਡੀਠਾ ਹੋਈ। ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਭੈਣ ਨਾਨਕੀ ਨੂੰ ਕਹਿਣ ਲੱਗੇ ਕਿ ਪਰਮੇਸ਼ਰ ਨੂੰ ਸ਼ਾਸਤਰਾਂ ਦੁਆਰਾ ਹਰੇਕ ਕਹਿੰਦਾ ਹੈ ਬਹੁਤ ਵੱਡਾ ਹੈ। ਇੱਕ ਦੂਜੇ ਤੋਂ ਸੁਣ ਕੇ ਸਭ ਕੋਈ ਸਾਰੇ ਕੋਈ ਕਹਿੰਦੇ ਹਨ ਕਿ ਬੜਾ ਵੱਡਾ ਹੈ। ਪਰੰਤੂ ਉਹ ਪਰਮੇਸ਼ਰ ਕਿੱਡਾ ਕੁ ਵੱਡਾ ਹੈ, ਡੀਠਾ ਹੋਈ, ਇਸ ਗੱਲ ਨੂੰ ਉਹ ਜਾਣ ਸਕਦਾ ਹੈ ਜਿਸ ਨੇ ਡੀਠਾ ਦੇਖਿਆ ਹੋਇਆ ਹੈ। ਫਿਰ ਬੇਬੇ ਨਾਨਕੀ ਕਹਿਣ ਲੱਗੀ, ਮਹਾਰਾਜ ਆਪ ਜੀ ਤਾਂ ਦਰਸ਼ਨ ਕਰਕੇ ਆਏ ਹੋ ਤਾਂ ਦੱਸੋ ਕਿ ਕਿਹੋ ਜਿਹਾ ਹੈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ। ਕਹਿਣ ਲੱਗੇ, ਹੇ ਭੈਣ ਜੀ, ਉਸ ਪਰਮੇਸ਼ਰ ਦਾ ਕਿਸੇ ਪਾਸੋਂ ਕੀਮਤ ਮੁੱਲ ਨਹੀਂ ਪਾਇਆ ਜਾਂਦਾ। ਜੇਕਰ ਕੋਈ ਪਾ ਵੀ ਲਵੇ ਤਾਂ ਉਸ ਕੋਲੋਂ ਉਸ ਸਰੂਪ ਦਾ ਕਥਨ ਨਹੀਂ ਕੀਤਾ ਜਾਂਦਾ, ਦੱਸ ਨਹੀਂ ਸਕਦਾ ਉਹ। ਕਿਉਂਕਿ ਕਹਿਣ ਲੱਗੇ, ਭੈਣ ਜੀ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਨਿਸ਼ਚਾ ਕਰਕੇ ਇਹੋ ਕਿਹਾ ਜਾ ਸਕਦਾ ਹੈ ਕਿ ਹੇ ਮਹਾਰਾਜ, ਤੁਹਾਡੇ ਜਸ ਦੇ ਤਾਈਂ ਕਹਿਣਾ ਆਖਣ ਵਾਲੇ ਸਾਰੇ ਤੁਹਾਡੇ ਵਿੱਚ ਹੀ ਸਮਾਏ ਹੋਏ ਹਨ, ਅਭੇਦ ਹੋ ਕੇ ਰਹਿੰਦੇ ਹਨ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ। ਕਹਿਣ ਲੱਗੇ, ਵੱਡੇ ਮੇਰੇ ਸਾਹਿਬਾ, ਹੇ ਸਾਡੇ ਵੱਡੇ ਤ੍ਰੈ ਕਾਲ ਅਬਾਦ ਰੂਪ ਮਾਇਆ ਬਿਰਤੀ ਦੁਆਰਾ ਮਾਲਕਾ, ਤੂੰ ਗਹਿਰ ਨਿਰਹਲ ਗੰਭੀਰਾ ਡੂੰਘਾ ਅਤੇ ਗੁਣੀ ਗੁਣਾ ਦਾ ਖਜ਼ਾਨਾ ਹੈ, ਗੁਣਾ ਦਾ ਸਮੁੰਦਰ ਹੈ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਕੋਈ ਵੀ ਨਹੀਂ ਜਾਣ ਸਕਦਾ ਕਿ ਤੇਰਾ ਤੁਹਾਡਾ ਮਾਇਆ ਰੂਪੀ ਚੀਰਾ ਬਸਤਰ ਵਿਸਥਾਰ ਕਿਤਨਾ ਅਤੇ ਕਿੱਡਾ ਕੁ ਵੱਡਾ ਹੈ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਚੀਰਾ ਹੱਦ, ਦਫ਼ਤਰ,
ਪਰਵਾਨਾ, ਕਿੱਡਾ ਕੁ ਵੱਡਾ ਹੈ ਉਹ, ਕਿਹਾ ਨਹੀਂ ਜਾ ਸਕਦਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਸਭ ਸਾਰੇ ਸੁਰਤੀ ਬਿਰਤੀ ਟਿਕਾਉਣ ਵਾਲਿਆਂ ਨੇ ਮਿਲ ਕਰਕੇ ਸੁਰਤੀ ਟਿਕਾਉਣ ਦੀ ਮਿਹਨਤ ਕੀਤੀ ਹੈ। ਸਭ ਕੀਮਤ ਮਿਲ ਕੀਮਤ ਪਾਈ। ਸਭ ਸਾਰੇ ਮੁੱਲ ਪਾਉਣ ਵਾਲਿਆਂ ਨੇ ਮਿਲ ਕਰਕੇ ਕੀਮਤ ਕਦਰ ਪਾਉਣਾ ਚਾਹੀ ਹੈ। ਗਿਆਨੀ ਧਿਆਨੀ ਗੁਰ ਗੁਰ ਹਾਈ। ਸ਼ਾਸਤਰਾਂ ਨੂੰ ਗਿਆਨੀ ਜਾਣਨ ਵਾਲੇ, ਗਿਆਨੀ ਬਿਰਤੀ ਟਿਕਾਉਣ ਵਾਲੇ ਅਤੇ ਗੁਰ ਦੇਵਤਿਆਂ ਤੇ ਗੁਰ ਦੇਵਤਿਆਂ ਨੂੰ ਹਾਈ ਨਾਸ ਕਰਨ ਵਾਲੇ ਦੈਂਤ, ਜੋ ਪੂਜਨੀਕ ਆਪਣੇ ਆਪ ਨੂੰ ਗੁਰੂ ਉਪਦੇਸ਼ਟਾ ਤੇ ਗੁਰ ਹਾਈ ਗੁਰ ਭਾਈ ਕਹਿਣ ਵਾਲੇ ਹਨ। ਇਹਨਾਂ ਉਪਰੋਕਤ ਸਾਰਿਆਂ ਕੋਲੋਂ ਹੇ ਪਰਮੇਸ਼ਰ ਤੁਹਾਡੀ ਤਿਲ ਵਡਿਆਈ, ਤਿਲ ਥੋੜੇ ਮਾਤਰ ਵਡਿਆਈ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਸਭ ਸਾਰੇ ਹੀ ਸਤ ਪ੍ਰਤੱਗੀ, ਸਾਰੇ ਹੀ ਰਾਜਸੀ ਸਾਤਕੀ, ਤਾਮਸੀ ਤਪੱਸਿਆ ਕਰਨ ਵਾਲੇ ਤਪੱਸਵੀ ਅਤੇ ਸਾਰੇ ਹੀ ਚੰਗਿਆਈਆਂ, ਭਲਾਈ ਕਰਨ ਵਾਲੇ, ਚੰਗੇ ਕਰਮਾਂ ਵਾਲੇ, ਜਿਹੜੇ ਹਠ ਸਿੱਧ ਪੁਰਖਾਂ ਨੂੰ ਉਹਨਾਂ ਦੀਆਂ ਰੀਧੀਆਂ ਸਿੱਧੀਆਂ ਦੀ ਵਡਿਆਈ ਮਹਿਮਾ ਪ੍ਰਾਪਤ ਹੈ। ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਕਿ ਉਹਨਾਂ ਕਿ ਮਨੁੱਖਾਂ ਨੂੰ ਸੰਸਾਰ ਵਿੱਚ ਜੋ ਵਡਿਆਈਆਂ ਪ੍ਰਾਪਤ ਹੋਈਆਂ ਹਨ ਕਿ ਮਹਿਮਾ ਉਹਨਾਂ ਦੀ ਕਹੀ ਨਹੀਂ ਜਾ ਸਕਦੀ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਪਰੰਤੂ ਹੈ ਪਰਮੇਸ਼ਰ, ਤੁਹਾਡੇ ਤੋਂ ਬਗੈਰ ਕਿਸੇ ਨੇ ਵੀ ਮੁਕਤੀ ਨਹੀਂ ਪ੍ਰਾਪਤ ਕੀਤੀ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਿ ਪਰੰਤੂ ਹੈ ਪਰਮੇਸ਼ਰ, ਤੁਹਾਡੇ ਤੋਂ ਬਗੈਰ ਕਿਸੇ ਨੇ ਵੀ ਮੁਕਤੀ ਨਹੀਂ ਪ੍ਰਾਪਤ ਕੀਤੀ। ਹੇ ਮਹਾਰਾਜ ਜੀ, ਫਿਰ ਇਹ ਦਾਤਾਂ ਕਿਹਨਾਂ ਨੂੰ ਮਿਲਦੀਆਂ ਹਨ? ਕਰਮ ਮਿਲੈ ਨਾਹੀ ਠਾਕੁਰ ਹਾਈਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭੈਣ ਜੀ, ਜਿਨ੍ਹਾਂ ਦੇ ਪੂਰਬਲੇ ਸ੍ਰੇਸ਼ਟ ਕਰਮ ਹੁੰਦੇ ਹਨ, ਜਿਨ੍ਹਾਂ ਉੱਪਰ ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਇਹ ਦਾਤਾਂ ਮਿਲਦੀਆਂ ਹਨ ਅਤੇ ਕਿਸੇ ਦੀਆਂ ਠਾਕ ਰੋਕੀਆਂ ਹੋਈਆਂ ਨਹੀਂ ਰਹਿੰਦੀਆਂ। ਜਿਨ੍ਹਾਂ ਉੱਪਰ ਸਤਿਗੁਰਾਂ ਦੀ ਕਿਰਪਾ ਨਹੀਂ, ਪੂਰਬਲੇ ਨਿਸ਼ਕਾਮ ਕਰਮ ਨਹੀਂ, ਉਹਨਾਂ ਨੂੰ ਮਿਲੈ ਨਾਹੀ ਨਹੀਂ ਮਿਲਦੀਆਂ, ਠਾਕ ਰੋਕੀਆਂ ਹੋਈਆਂ ਹੀ ਰਹਿੰਦੀਆਂ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ, ਬਾਣੀ ਪੜ੍ਹਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਰਹਿੰਦੀ ਬਾਣੀ ਦੀ ਵਿਚਾਰ ਕੱਲ੍ਹ ਨੂੰ ਹੋਏਗੀ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। 2 ਪੰਕਤੀਆਂ ਰਹਿ ਗਈਆਂ। ਆਖਣ ਵਾਲਾ ਕਿਆ ਵਿਚਾਰਾ, ਉਹ ਉਸ ਪਰਮਾਤਮਾ ਦੇ ਜਸ ਨੂੰ ਆਖਣ ਕਹਿਣ ਵਾਲਾ ਵਿਚਾਰਾ ਤੁਸ ਜੀਵ ਕੀ ਹੈ, ਭਾਵ ਕੁਝ ਕਥਨ ਨਹੀਂ ਕਰ ਸਕਦਾ। ਇਸ ਲਈ ਉਸ ਅੱਗੇ ਬੇਨਤੀ ਹੀ ਕਰੀਏ, ਸਿਫਤੀ ਭਰੇ ਤੇਰੇ ਭੰਡਾਰਾ ਕਿ ਹੇ ਪਰਮੇਸ਼ਰ ਜੀ, ਤੁਹਾਡੇ ਭਗਤਾਂ ਨੇ ਤੇਰੀ ਭਗਤੀ ਕਰਕੇ ਸਿਫਤਾਂ ਦੇ ਖਜ਼ਾਨੇ, ਭਗਤਾਂ ਦੇ ਹਿਰਦੇ ਸਿਫਤਾਂ ਦੇ ਨਾਲ ਭਰੇ ਹੋਏ ਹਨ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਲਾ। ਹੇ ਪਰਮੇਸ਼ਰ, ਜਿਸ ਨੂੰ ਤੂੰ ਕਿਰਪਾ ਕਰਕੇ ਭਗਤੀ ਕਰਨ ਦੀ ਦਾਤ ਦਿੰਦਾ ਹੈ, ਉਸ ਨਾਲ ਕਿਸੇ ਦਾ ਕੀ ਚਾਰਾ, ਕੀ ਜ਼ੋਰ ਚੱਲ ਸਕਦਾ ਹੈ। ਨਾਨਕ ਸੱਚ ਸਵਾਰਨ ਹਾਰਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸੱਚਾ ਪਰਮੇਸ਼ਰ ਆਪ ਹੀ ਸੱਚੇ ਨਾਮ ਦਾ ਉਪਦੇਸ਼ ਦੇ ਕੇ ਸਾਰਿਆਂ ਦੇ ਤਾਈਂ ਬਖਸ਼ਣਹਾਰਾ, ਸਵਾਰਨ ਵਾਲਾ ਹੈ ਕਿ ਜਿਸ ਨੂੰ ਪਰਮੇਸ਼ਰ
ਨਾਮ ਦੀ ਦਾਤ ਦਿੰਦਾ ਹੈ, ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਨਾਨਕ ਸੱਚ ਸਵਾਰਨ ਹਾਰਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸੱਚਾ ਪਰਮੇਸ਼ਰ ਆਪ ਹੀ ਸੱਚੇ ਨਾਮ ਦਾ ਉਪਦੇਸ਼ ਦੇ ਕੇ ਸਾਰਿਆਂ ਨੂੰ ਸਵਾਰਨ ਹਾਰਾ, ਕਿ ਸਾਰਿਆਂ ਨੂੰ ਸਵਾਰਨ ਵਾਲਾ ਹੈ, ਕਿ ਸਾਰਿਆਂ ਦੇ ਕਾਰਜਾਂ ਨੂੰ ਸਵਾਰਨ ਵਾਲਾ ਹੈ। ਇੱਥੇ ਹੀ ਵਿਚਾਰ ਦੀ ਸਮਾਪਤੀ। ਸਮਾਂ ਹੋ ਚੁੱਕਿਆ ਹੈ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ, ਅਰਦਾਸਾਂ ਬੇਨਤੀਆਂ ਕਰੀਏ।